Hello everyone, welcome in Classic Economics for All. ਸਟੂਡੈਂਟਸ ਅੱਜ ਦੇ ਇਸ ਲੈਕਚਰ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਭਾਰਤ ਵਿੱਚ ਬੇਰੋਜ਼ਗਾਰੀ ਨੂੰ ਦੂਰ ਕਰਨ ਦੇ ਸੰਬੰਧ ਵਿੱਚ ਸੁਝਾਅ, ਯਾਨੀ ਕਿ ਸੁਜੈਸ਼ਨਸ ਦੇਣੀਆਂ ਆਪਣੀਆਂ। ਭਾਰਤ ਵਿੱਚ ਬੇਰੋਜ਼ਗਾਰੀ ਬਹੁਤ ਹੈ ਤਾਂ ਉਸ ਨੂੰ ਆਪਾਂ ਕਿਵੇਂ ਦੂਰ ਕਰ ਸਕਦੇ ਹਾਂ ਜਾਂ ਬੇਰੋਜ਼ਗਾਰੀ ਦੀ ਜਿਹੜੀ ਸਮੱਸਿਆ ਹੈ ਉਸ ਦਾ ਹੱਲ ਕਿਵੇਂ ਕਰ ਸਕਦੇ ਹਾਂ। ਤਾਂ ਆਪਣੀ ਜੋ ਬਹੁਤ ਸਾਰੇ ਜਿਹੜੇ ਲੈਕਚਰ ਹੈ ਬੇਰੋਜ਼ਗਾਰੀ ਤੇ ਉਹ ਆਪਣੀ ਇਸ ਚੈਨਲ ਦੀ ਪਲੇਲਿਸਟ ਦੇ ਵਿੱਚ ਤੁਸੀਂ ਉਹਨਾਂ ਨੂੰ ਸਾਰੇ ਲੈਕਚਰ ਨੂੰ ਸੁਣ ਸਕਦੇ ਹੋ। ਉਸ ਤੋਂ ਬਾਅਦ ਇਸ ਟੌਪਿਕ ਤੇ ਆਪਾਂ ਪਹੁੰਚ ਸਕਦੇ ਹਾਂ। ਤਾਂ ਲੈਕਚਰ ਨੂੰ ਕੰਪਲੀਟ ਸੁਣਨਾ ਹੈ। ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਪ੍ਰੈਸ ਕਰ ਲਓ। ਚਲੋ ਆਪਾਂ ਡਿਸਕਸ ਕਰਦੇ ਹਾਂ ਭਾਰਤ ਵਿੱਚ ਬੇਰੋਜ਼ਗਾਰੀ ਨੂੰ ਦੂਰ ਕਰਨ ਦੇ ਸੰਬੰਧ ਵਿੱਚ ਸੁਝਾਅ ਆਪਾਂ ਆਪਣੇ ਦੇਣੇ ਹੁੰਦੇ ਆਪਾਂ ਕਿਵੇਂ ਬੇਰੋਜ਼ਗਾਰੀ ਦੀ ਸਮੱਸਿਆ ਨੂੰ ਹੱਲ ਕਰ ਸਕਦੇ ਹਾਂ। ਤਾਂ ਇਹ ਸੁਝਾਅ ਹੈ। ਫਸਟ ਜਿਹੜਾ ਸੁਝਾਅ ਹੈ, ਪੂਰਨ ਅਤੇ ਵੱਧ ਉਤਪਾਦਕਤਾ ਰੁਜ਼ਗਾਰ। ਭਾਰਤ ਵਿੱਚ ਜੋ ਬੇਰੋਜ਼ਗਾਰੀ ਹੈ ਉਸ ਦੀ ਇੱਕ ਸਮੱਸਿਆ ਹੈ ਕਿ ਪੂਰਨ ਰੁਜ਼ਗਾਰ ਨਹੀਂ ਮਿਲਦਾ ਲੋਕਾਂ ਨੂੰ, ਯਾਨੀ ਕਿ ਆਪਾਂ ਦੇਖਿਆ ਹੈ ਅੰਡਰ ਇੰਪਲੋਇਮੈਂਟ ਮਿਲਦਾ ਹੈ। ਅੰਡਰ ਇੰਪਲੋਇਮੈਂਟ ਦੀ ਸਮੱਸਿਆ ਬਹੁਤ ਵੱਡੀ ਹੈ। ਅੰਡਰ ਇੰਪਲੋਇਮੈਂਟ ਕੀ ਹੁੰਦਾ ਹੈ ਕਿ ਇੱਕ ਸਾਲ ਵਿੱਚ 273 ਦਿਨ ਲਗਾਤਾਰ ਕੰਮ ਨਹੀਂ ਮਿਲਦਾ, ਉਸ ਤੋਂ ਘੱਟ ਮਿਲਦਾ ਹੈ, ਔਰ ਇੱਕ ਦਿਨ ਦੇ ਵਿੱਚ 8 ਘੰਟਿਆਂ ਤੋਂ ਘੱਟ ਕੰਮ ਨਹੀਂ ਮਿਲਦਾ, ਇਸ ਤੋਂ ਥੋੜਾ ਕੰਮ ਮਿਲਦਾ ਹੈ। तो सुझाव दिता है एक तो अंडर इंप्लॉयमेंट ना होए, पूर्ण इंप्लॉयमेंट होना चाहिए वेरी फर्स्ट, ताकि अंडर इंप्लॉयमेंट की समस्या का हल हो सके। दूसरा, किरत की उत्पादकता वध होनी चाहिए है। किरत की उत्पादकता वधे, एक तो लोग किरतियां नूं मजदूरां नूं पूर्ण रोजगार मिलना चाहिए और दूसरी उन्हां दी उत्पादकता विच वाधा होना चाहिए है। ਜਦੋਂ ਕਿਰਤੀਆਂ ਦੀ ਉਤਪਾਦਕਤਾ ਵਧਦੀ ਹੈ ਤਾਂ ਇਸ ਨਾਲ ਉਤਪਾਦਨ ਦਾ ਸਤਰ ਵਧਦਾ ਹੈ। ਉਤਪਾਦਨ ਦਾ ਸਤਰ ਵਧਦਾ ਹੈ ਤਾਂ ਦੇਸ਼ ਦਾ ਆਰਥਿਕ ਵਿਕਾਸ ਵੀ ਹੋਏਗਾ। ਜਦੋਂ ਦੇਸ਼ ਦਾ ਆਰਥਿਕ ਵਿਕਾਸ ਹੋਏਗਾ ਤਾਂ ਹੋਰ ਰੁਜ਼ਗਾਰ ਦੇ ਅਵਸਰ ਪ੍ਰਾਪਤ ਹੋਣਗੇ। ਇਸ ਕਰਕੇ ਪੂਰਨ ਅਤੇ ਵੱਧ ਉਤਪਾਦਕਤਾ ਰੁਜ਼ਗਾਰ ਹੋਣਾ ਚਾਹੀਦਾ ਹੈ। ਫੁੱਲ ਐਂਡ ਮੋਰ ਪ੍ਰੋਡਕਟਿਵ ਇੰਪਲੋਇਮੈਂਟ, ਇਹ ਮਤਲਬ ਹੈ। ਤਾਂ ਪਹਿਲਾ ਸੁਝਾਅ ਆਪਾਂ ਕੀ ਦਿੱਤਾ ਹੈ कि देश विच पूर्ण अते वध उत्पादकता रोजगार होना चाहिए है। दूसरा पॉइंट, उत्पादन विच वाधा, इंक्रीज इन प्रोडक्शन। देखो जदों उत्पादन वधेगा, उत्पादन नूं जदों आपां वधावांगे तां आपां नूं की चाहिए है, किरत चाहिए है, यानी कि डिमांड फॉर लेबर इंक्रीज हो जाएगी। डिमांड फॉर लेबर इंक्रीज हो जाएगी, बढ़ जाएगी। जो डिमांड फॉर लेबर इंक्रीज हो जाएगी, किरतियां नूं जो रोजगार मिलेगा तो इस दे नाल उन्हां दी आमदन विच भी वाधा होएगा। तो इस तरीके नाल देश विच जेकर आपां बेरोजगारी की समस्या का हल करना चाहते हैं तो उत्पादन के स्तर को बढ़ाना पेगा। तो ये अपना सैकेंड पॉइंट है, उत्पादन के स्तर विच वाधा। जब उत्पादन वधाया जाता है खेती खेतर दे विच भी अते उद्योग खेतर दे विच भी, तो उस दे नाल रोजगार के नवे मौके प्राप्त होंदे हैं। जब रोजगार के नवे मौके प्राप्त होंदे हैं तो इस दे नाल बेरोजगारी की समस्या का हल होंदा है। ਤਾਂ ਇਸ ਲਈ ਆਪਾਂ ਕਹਿ ਸਕਦੇ ਹਾਂ ਕਿ ਖੇਤੀ ਖੇਤਰ ਦੇ ਵਿੱਚ ਵੀ, ਐਗਰੀਕਲਚਰ ਸੈਕਟਰ ਦੇ ਵਿੱਚ ਵੀ ਔਰ ਇੰਡਸਟਰੀਅਲ ਸੈਕਟਰ ਦੇ ਵਿੱਚ ਵੀ, ਇੰਡਸਟਰੀਅਲ ਸੈਕਟਰ ਦੋਨੇ ਸੈਕਟਰ ਦੇ ਵਿੱਚ ਪ੍ਰੋਡਕਸ਼ਨ ਦਾ ਲੈਵਲ ਵਧਾਉਣਾ ਚਾਹੀਦਾ ਹੈ। ਇਸ ਦੇ ਨਾਲ ਇੰਪਲੋਇਮੈਂਟ ਦੀ ਅਪੋਰਚੁਨਿਟੀਜ਼ ਵਧਦੀਆਂ ਹਨ ਅਤੇ ਬੇਰੋਜ਼ਗਾਰੀ ਦੀ ਸਮੱਸਿਆ ਦਾ ਹੱਲ ਹੁੰਦਾ ਹੈ। ਤੀਸਰਾ ਜੋ ਸੁਝਾਅ ਹੈ, योजनावां विच रोजगार के कार्यक्रमां नूं वध महत्व।
ਜੋ ਆਪਾਂ 5 ਈਅਰ ਪਲਾਨਸ ਬਣਾਉਂਦੇ ਸੀ ਪਹਿਲਾਂ, ਅੱਜ ਕੱਲ ਤਾਂ 5 ਈਅਰ ਪਲਾਨਸ ਦਾ ਜਿਹੜਾ ਟ੍ਰੈਂਡ ਹੈ ਉਹ ਖਤਮ ਹੋ ਗਿਆ, ਕਿਉਂਕਿ ਪਲੈਨਿੰਗ ਕਮਿਸ਼ਨ ਦੀ ਥਾਂ ਤੇ ਨੀਤੀ ਆਯੋਗ ਬਣ ਗਿਆ। ਪਰ ਇਹ ਸੁਝਾਅ ਪਹਿਲਾਂ ਜਿਹੜਾ ਹੈ ਜ਼ਿਆਦਾ ਕਿਫਾਇਤੀ ਸਿੱਧ ਹੁੰਦਾ ਸੀ। ਹੁਣ ਵੀ ਆਪਾਂ ਕਹਿ ਸਕਦੇ ਹਾਂ ਕਿ ਜਦੋਂ ਨੀਤੀ ਆਯੋਗ ਆਪਣੇ ਕਾਰਜਕ੍ਰਮ ਜਿਹੜੇ ਹੈ ਆਪਣੀ ਪਾਲਿਸੀ ਇੰਪਲੀਮੈਂਟ ਕਰਦੇ ਹਨ ਰਾਜਾਂ ਦੀ ਹੈਲਪ ਦੇ ਨਾਲ, ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਰੁਜ਼ਗਾਰ ਦੇ ਕਾਰਜਕ੍ਰਮਾਂ ਨੂੰ ਵੱਧ ਮਹੱਤਵ ਦਿੱਤਾ ਜਾਵੇ। ਯਾਨੀ ਕਿ ਯੋਜਨਾਵਾਂ ਦੇ ਵਿੱਚ ਅਜਿਹੇ ਪ੍ਰੋਗਰਾਮਸ, ਅਜਿਹੇ मतलब प्रोजेक्ट स्टार्ट करने चाहिए हैं, प्रोजेक्ट्स जो इंप्लॉयमेंट वधान। और ये जोड़ा प्रोजेक्ट दे विच इंप्लॉयमेंट जोड़ा है वो शॉर्ट टाइम दे लिए ना मिले, बल्कि ये लंबे समय तक रोजगार मिले। तो तीसरा जोड़ा सुझाव है योजनावां विच रोजगार दे कार्यक्रमां नूं वध महत्व। तो ये 3 पॉइंट समझ आ गए होंगे तुहानूं। पहला जोड़ा पॉइंट आपां डिस्कस किया पूर्ण ਅਤੇ ਵੱਧ ਉਤਪਾਦਕਤਾ ਰੋਜ਼ਗਾਰ। दूसरा ਆਪਾਂ ਕੀਤਾ ਉਤਪਾਦਨ ਵਿੱਚ ਵਾਧਾ ਕਰਨਾ ਚਾਹੀਦਾ ਹੈ। ਤੀਸਰਾ ਆਪਾਂ ਕੀਤਾ ਯੋਜਨਾਵਾਂ ਵਿੱਚ ਰੋਜ਼ਗਾਰ ਦੇ ਕਾਰਜਕ੍ਰਮਾਂ ਨੂੰ ਵੱਧ ਮਹੱਤਵ। ਚੌਥਾ ਜਿਹੜਾ ਪੁਆਇੰਟ ਹੈ ਸੁਝਾਅ ਦੇ ਵਿੱਚ ਉਹ ਹੈ ਪੂੰਜੀ ਨਿਰਮਾਣ ਦੀ ਉੱਚੀ ਦਰ। ਪੂੰਜੀ ਨਿਰਮਾਣ ਦੀ ਦਰ ਉੱਚੀ ਹੋਣੀ ਚਾਹੀਦੀ ਹੈ। ਪੂੰਜੀ ਨਿਰਮਾਣ ਤੋਂ ਭਾਵ ਹੈ ਨਿਵੇਸ਼ ਦੀ ਦਰ। ਜਦੋਂ ਅਰਥਵਿਵਸਥਾ ਵਿੱਚ ਨਿਵੇਸ਼ ਦੇ ਵਿੱਚ ਵਾਧਾ ਕੀਤਾ ਜਾਂਦਾ ਹੈ ਤਾਂ ਪੂੰਜੀ ਨਿਰਮਾਣ ਦੀ ਦਰ ਵੱਧਦੀ ਹੈ। ਵੈਸੇ ਪੂੰਜੀ ਨਿਰਮਾਣ ਕੀ ਹੁੰਦਾ ਇਕਨੋਮਿਕਸ ਦੇ ਵਿੱਚ? ਇੰਗਲਿਸ਼ 'ਚ ਇਹਨੂੰ ਕੈਪੀਟਲ ਫਾਰਮੇਸ਼ਨ ਕਹਿੰਦੇ ਹਨ। ਕੀ ਕਹਿੰਦੇ ਹੈ? ਕੈਪੀਟਲ ਫਾਰਮੇਸ਼ਨ। ਕੈਪੀਟਲ ਫਾਰਮੇਸ਼ਨ। ਹੁਣ ਦੇਖੋ ਇੱਥੇ ਇੱਕ ਇਕੁਏਸ਼ਨ ਵੀ ਬਣਦੀ ਹੈ, ਇਹਦੇ ਨਾਲ ਰਿਲੇਟਡ ਮੈਂ ਇੱਥੇ ਇਕੁਏਸ਼ਨ ਸਮਝਾਉਂਦਾ। ਇਨਕਮ ਜਿਹੜੀ ਹੈ ਉਹਦਾ ਕੁਝ ਹਿੱਸਾ ਕੰਜ਼ਿਊਮ ਹੁੰਦਾ ਹੈ ਤੇ ਕੁਝ ਹਿੱਸਾ ਸੇਵ ਹੁੰਦਾ ਹੈ। ਯਾਨੀ ਕਿ ਆਮਦਨ ਦੋ ਤਰੀਕੇ ਦੀ ਹੁੰਦੀ ਹੈ। ਆਮਦਨ ਦੇ ਵਿੱਚੋਂ ਕੁਝ ਉਪਭੋਗ ਕੀਤਾ ਜਾਂਦਾ ਹੈ, ਕੁਝ ਬਚਤ ਕੀਤੀ ਜਾਂਦੀ ਹੈ। ਇਹਨੂੰ ਆਪਾਂ ਕਹਿ ਸਕਦੇ ਹਾਂ ਪੰਜਾਬੀ 'ਚ ਆਮਦਨ, ਇਹਨੂੰ ਆਪਾਂ ਕਹਿ ਸਕਦੇ ਹਾਂ ਉਪਭੋਗ, ਔਰ ਇਹਨੂੰ ਆਪਾਂ ਕਹਿੰਦੇ ਹਾਂ ਬਚਤ। तो जेकर आप बचत करनी होए तो बचत किंदे बराबर होएगी? y माइनस सी, यानी कि आमदन विचों आप कंजम्पशन नूं घटादा बचत आ जाएगी। और जिहड़ी बचत है वो इन्वेस्टमेंट दे बराबर होंदी है, और इन्वेस्टमेंट जिहड़ी है वो कैपिटल फॉर्मेशन दे बराबर होंदी है। तो अर्थव्यवस्था विच निवेश की दर नूं वधाना चाहिए, पूंजी निर्माण की दर नूं वधाना चाहिए। पूंजी निर्माण की दर जदों वधेगी तो रोजगार के नवे अवसर पैदा होणगे। इस विच एक गल ध्यान रखने वाली होंदी है कि पूंजी उत्पाद अनुपात घट होना चाहिए। भारत विच पूंजी उत्पाद अनुपात कैपिटल आउटपुट रेशो, कैपिटल आउटपुट रेशो वध है। कैपिटल आउटपुट रेशो भारत विच कितना है? 4.3:1। यानी कि एक जीके दे विच शॉर्ट नोट वास्ते क्वेश्चन आ सकता है, भारत विच पूंजी उत्पाद अनुपात का रेशो की है, कैपिटल आउटपुट रेशो की है 4.3:1। यानी कि जेकर 1 रुपए की चीज़ां बनाना चाहते हो तुसी 1 रुपए के मूल की, तो तुहानू 4.3% रुपए खर्च करने पैणगे। यानी कि 4 रुपए 30 पैसे खर्च करने पैणगे। तो कैपिटल आउटपुट रेशो कितना है भारत विच? 4.3:1। ये बहुत ऊंचा है। जो कैपिटल आउटपुट रेशो ऊंचा होता है तो पूंजी निर्माण की दर का जोड़ा असर है वो खत्म हो जाता है, रोजगार के मौके घट मिलते हैं। इस करके चाहिए है कि कैपिटल आउटपुट रेशो नूं घटाया जाए, यानी कि एटलीस्ट 2:1 हो, फिर भी काम चल जाएगा। तो इस करके ये पूंजी उत्पाद अनुपात जिहड़ा है उन्होंने घट करना चाहिए है और पूंजी निर्माण की दर नूं वधाना चाहिए है। तो रोजगार के नवे अवसर पैदा होणगे, उत्पादन का स्तर वधूगा। इस करके एक सुझाव दिता जाता है। तो पहला सुझाव आप दिता पूर्ण ते वध उत्पादकता रोजगार, दूसरा उत्पादन विच वाधा, तीसरा योजनावां विच रोजगार के कार्यक्रमां नूं वध महत्व दिता जाना चाहिए, चौथा पूंजी निर्माण की उच्ची दर होनी चाहिए है। पंजवां जिहड़ा है स्वै रोजगार लोकां नूं वध सहायता।
यानी कि मोर हेल्प गिवन टू सेल्फ इंप्लॉयड पर्सन। जेडे सेल्फ इंप्लॉयड पर्सन है, सेल्फ इंप्लॉयड पर्सन मतलब जो लोग अपना काम आप करना चाहते हैं उन्होंने कहते हैं सेल्फ इंप्लॉयड पर्सन। सेल्फ इंप्लॉयड पर्सन सरकार ਨੂੰ ਚਾਹੀਦਾ है कि ਜਿਹੜੇ लोग अपना रोजगार आप बनाते हैं, सेल्फ इंप्लॉयड पर्सन है, ਉਹਨਾਂ ਦੀ ਵੱਧ ਤੋਂ ਵੱਧ ਸਹਾਇਤਾ ਕਰੇ। ਭਾਰਤ ਵਿੱਚ ਕੁੱਲ ਜਿਹੜੀ ਆਪਣੇ ਕੋਲ ਲੇਬਰ ਫੋਰਸ ਜਿਹੜੀ ਹੈ, ਲੇਬਰ ਫੋਰਸ ਕਿਰਤ ਸ਼ਕਤੀ, ਭਾਰਤ ਵਿੱਚ ਕੁੱਲ ਕਿਰਤ ਸ਼ਕਤੀ ਦਾ 44% ਸੈਲਫ ਇੰਪਲੋਇਮੈਂਟ ਹੈ। यानी कि जिन्नी अपनी कुल कीर्त शक्ति है उनका 44% ਜਿਹੜਾ है वो अपना काम खुद करते हैं, सैल्फ इंप्लॉयड पर्सन है। ਜਿਹੜੇ स्वै रोजगार बनाते हैं वो अपने आप ਨੂੰ तो रोजगार ਦਿੰਦੇ ਹੀ ਹੈ, अपने फैक्ट्री ਦੇ ਵਿੱਚ, अपने प्रोजेक्ट ਦੇ ਵਿੱਚ ਬਾਕੀ ਲੋਕਾਂ ਦੇ ਲਈ ਵੀ रोजगार ਦੇ ਅਵਸਰ ਪ੍ਰਦਾਨ ਕਰਦੇ हैं। तो सरकार ਨੂੰ ਚਾਹੀਦਾ ਹੈ ਕਿ ਅਜਿਹੇ ਲੋਕਾਂ ਨੂੰ ਜੋ ਸੈਲਫ ਇੰਪਲੋਇਮੈਂਟ ਵਿੱਚ ਲੱਗੇ हैं ਸਸਤੀ ਦਰ ਤੇ ਵਿਆਜ ਦੀ ਰੇਟ ਤੇ ਵੱਧ ਕਰਜ਼ਾ ਦੇਣਾ ਚਾਹੀਦਾ ਹੈ। ਉਹਨਾਂ ਨੂੰ ਕੱਚਾ ਮਾਲ ਖਰੀਦਣ ਲਈ, ਮਸ਼ੀਨਾਂ ਖਰੀਦਣ ਦੇ ਲਈ ਹੈਲਪ ਕਰਨੀ ਚਾਹੀਦੀ ਹੈ। ਹੋਰ ਜਿੰਨੀ ਵੱਧ ਤੋਂ ਵੱਧ ਹੈਲਪ ਹੋ ਸਕੇ ਇਸ ਮਾਮਲੇ ਦੇ ਵਿੱਚ ਤਾਂ ਸਵੈ ਰੋਜ਼ਗਾਰ ਲੋਕਾਂ ਦੀ ਵੱਧ ਤੋਂ ਵੱਧ ਸਹਾਇਤਾ ਕਰਨੀ ਚਾਹੀਦੀ ਹੈ। ਤਾਂ ਇਸ ਦੇ ਨਾਲ ਵੀ ਰੋਜ਼ਗਾਰ ਵਧੇਗਾ, ਕਿਉਂਕਿ ਇਹ ਆਪਣੇ ਲਈ ਤਾਂ ਰੋਜ਼ਗਾਰ ਪੈਦਾ ਕਰਦੇ ਹੀ ਹੈ, ਬਾਕੀ ਲੋਕਾਂ ਨੂੰ ਵੀ ਰੋਜ਼ਗਾਰ ਦੇਣ ਦੇ ਵਿੱਚ ਹੈਲਪ ਕਰਦੇ ਹਨ। ਤਾਂ ਇਸ ਕਰਕੇ ਇਹ ਸੀ ਪੰਜਵਾਂ ਪੁਆਇੰਟ ਜਿਹੜਾ ਆਪਣਾ ਸੀਗਾ ਸਵੈ ਰੋਜ਼ਗਾਰ ਲੋਕਾਂ ਦੀ ਵੱਧ ਸਹਾਇਤਾ। ਹੁਣ ਆਪਾਂ ਡਿਸਕਸ ਕਰਦੇ ਹਾਂ 6ਵਾਂ ਪੁਆਇੰਟ, ਰੋਜ਼ਗਾਰ ਦਫ਼ਤਰਾਂ ਦਾ ਵਿਸਥਾਰ ਕਰਨਾ ਚਾਹੀਦਾ ਹੈ। ਇੰਪਲੋਇਮੈਂਟ ਐਕਸਚੇਂਜ ਖੋਲ੍ਹੀਆਂ, ਇਹ ਤਕਰੀਬਨ ਹਰ ਸਟੇਟ ਦੇ ਹਰ ਡਿਸਟ੍ਰਿਕਟ 'ਚ ਹੋਣੀ ਚਾਹੀਦੀ ਹੈ। ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਵੱਧ ਤੋਂ ਵੱਧ ਰੋਜ਼ਗਾਰ ਦਫ਼ਤਰਾਂ ਦਾ ਵਿਸਥਾਰ ਦੀ ਸਥਾਪਨਾ ਕਰੇ, यानी कि ਉਹਨਾਂ ਦਾ ਵਿਸਥਾਰ ਕਰੇ। ਸਾਰੇ ਦੇਸ਼ ਵਿੱਚ ਘੱਟੋ ਘੱਟ ਹਰ ਜ਼ਿਲ੍ਹੇ ਦੇ ਵਿੱਚ ਇਹ ਰੋਜ਼ਗਾਰ ਦਾ ਦਫ਼ਤਰ ਹੋਣਾ ਚਾਹੀਦਾ ਹੈ। ਇਸ ਦੇ ਵਿੱਚ ਕੀ ਫਾਇਦਾ ਹੁੰਦਾ ਰੋਜ਼ਗਾਰ ਦਫ਼ਤਰ ਦੇ ਵਿੱਚ? ਜੋ ਬੱਚਾ 10th ਪਾਸ ਕਰ ਲੈਂਦਾ ਹੈ ਜਾਂ ਜੋ +2 ਕਰ ਲੈਂਦਾ ਹੈ ਜਾਂ ਜੋ ਗ੍ਰੈਜੂਏਸ਼ਨ ਕਰ ਲੈਂਦਾ ਹੈ, BA, BSc, BBA, ਕੋਈ ਵੀ BA ਦੀ ਡਿਗਰੀ, BCom, ਇਸੇ ਤਰ੍ਹਾਂ ਕੋਈ ਮਾਸਟਰ ਡਿਗਰੀ ਕਰ ਲੈਂਦਾ ਹੈ, MA, MCom, ਉਹ ਆਪਣਾ ਨਾਮ ਇਹਦੇ ਤੇ ਦਰਜ ਕਰਾ ਸਕਦਾ ਹੈ। ਉਹਨੇ ਕੋਈ ਵੀ ਕੋਰਸ ਖੋਲ੍ਹਿਆ ਹੈ, ਕੋਈ ਵੀ ਕੋਰਸ ਕੀਤਾ ਹੈ, ਉਸ ਦਾ ਉਹ ਆਪਣਾ ਨਾਮ ਇੱਥੇ ਜਾ ਕੇ ਇੰਪਲੋਇਮੈਂਟ ਆਫਿਸ 'ਚ ਦਰਜ ਕਰਾਵੇ। ਉੱਥੇ ਜਿਹੜੇ ਇੰਡਸਟਰੀ ਦੇ ਮਾਲਿਕ ਹੈ ਜਾਂ ਜਿਨ੍ਹਾਂ ਨੂੰ ਲੇਬਰ ਚਾਹੀਦੀ ਹੈ ਜਾਂ ਜਿਨ੍ਹਾਂ ਨੂੰ ਕੁਝ ਉਸ ਤਰ੍ਹਾਂ ਦੇ ਪਰਸਨ ਸਕਿਲਡ ਚਾਹੀਦੇ ਹੈ, ਉਹ ਰੋਜ਼ਗਾਰ ਦਫ਼ਤਰਾਂ ਤੋਂ ਹੀ ਉਹਨਾਂ ਤੋਂ ਲੈ ਸਕਦੇ ਹੈ। ਇੱਥੇ ਉਹਨਾਂ ਦਾ ਨਾਮ ਦਰਜ ਹੋਣਾ ਚਾਹੀਦਾ ਹੈ। ਇਸ ਦੇ ਨਾਲ ਵੀ ਰੋਜ਼ਗਾਰ ਦੇ ਮੌਕੇ ਵਧਣਗੇ। 7ਵਾਂ ਪੁਆਇੰਟ ਹੈ ਸਿੱਖਿਆ ਪ੍ਰਣਾਲੀ ਵਿੱਚ ਪਰਿਵਰਤਨ ਕਰਨਾ ਚਾਹੀਦਾ ਹੈ। ਭਾਰਤ ਦੀ ਜਿਹੜੀ ਸਿੱਖਿਆ ਪ੍ਰਣਾਲੀ ਹੈ ਉਸ ਵਿੱਚ ਪਰਿਵਰਤਨ ਦੀ ਲੋੜ ਹੈ। ਵੋਕੇਸ਼ਨਲ ਐਜੂਕੇਸ਼ਨ ਹੋਣੀ ਚਾਹੀਦੀ ਹੈ। ਵੋਕੇਸ਼ਨਲ ਐਜੂਕੇਸ਼ਨ, ਵੋਕੇਸ਼ਨਲ ਐਜੂਕੇਸ਼ਨ ਦਾ ਮਤਲਬ ਹੁੰਦਾ ਕਿੱਤਾ ਮੁਖੀ, ਵਿਵਸਾਇਕ। यानी कि ਭਾਰਤ ਦੀ ਜਿਹੜੀ ਸਿੱਖਿਆ ਪ੍ਰਣਾਲੀ ਹੈ ਉਹ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ ਉਹਦੇ ਨਾਲ ਆਪਾਂ ਜਿਹੜੇ ਡਿਗਰੀ ਕੋਰਸਿਸ ਕਰਦੇ ਹਾਂ, ਜਿਵੇਂ ਆਪਾਂ ਸਿੰਪਲ BA ਕਰਦੇ ਹਾਂ ਜਾਂ ਆਪਾਂ BCom ਕਰ ਲੈਂਦੇ ਹਾਂ, ਤਾਂ ਉਸ ਦੇ ਨਾਲ ਕੀ ਹੈ ਕਿ ਆਪਾਂ ਉਸ ਤਰੀਕੇ ਦਾ ਆਪਣਾ ਸੈਲਫ ਇੰਪਲੋਇਮੈਂਟ ਕ੍ਰੀਏਟ ਕਰਨ ਵਾਲਾ ਰੋਜ਼ਗਾਰ ਨਹੀਂ ਕਰ ਸਕਦੇ। ਤਾਂ ਨਾਲ ਚਾਹੀਦਾ ਹੈ ਕਿ ਉਹਨਾਂ ਨੂੰ ਵੋਕੇਸ਼ਨਲ ਐਜੂਕੇਸ਼ਨ ਦੇਣੀ ਚਾਹੀਦੀ ਹੈ। यानी कि वो अपने हाथ के काम जोड़े हैं, कोई मैकेनिकल काम जोड़े हैं, जिनमें कोई TV मैकेनिक है, कोई कंप्यूटर मैकेनिक्स है, इस तरीके दे वोकेशनल एजुकेशन वाल ध्यान देने की लोड़ है। तो भारत की सिक्ख्या प्रणाली दे विच बहुत वड्डे सुधार की लोड़ है आपां नूं, ताकि लोग सैल्फ इंप्लॉयमेंट क्रिएट कर सकन, अपने आप नूं तो रोजगार देन ही देन, बाकियां नूं भी रोजगार दे सकन। उस तो बाद 8वां जिहड़ा सुझाव है मौसमी बेरोजगारी संबंधी नीति। भारत विच ज़्यादातर लोग खेती करते हैं, एग्रीकल्चर सैक्टर विच लगे हैं। एग्रीकल्चर यानी कि खेती करते हैं।
ਹੁਣ ਖੇਤੀ ਜਿਹੜੀ ਹੈ ਭਾਰਤ ਦੀ ਉਹ ਇੰਨੀ ਐਡਵਾਂਸ ਨਹੀਂ ਹੈ, ਪਿਛੜੀ ਹੋਈ ਹੈ। ਬਹੁਤ ਸਾਰੇ ਇਲਾਕੇ ਜਿਹੇ ਹੈ ਜਿੱਥੇ ਇਰੀਗੇਸ਼ਨ ਫੈਸਿਲਿਟੀਜ਼ ਨਹੀਂ ਹੈ, ਸਿੰਚਾਈ ਦੀ ਸੁਵਿਧਾ ਨਹੀਂ ਹੈ। ਸਾਲ ਦੇ ਸਿਰਫ ਇੱਕ ਫਸਲ ਹੀ ਹੁੰਦੀ ਹੈ, ਉੱਥੇ ਇੱਕ ਫਸਲ ਹੀ ਹੁੰਦੀ ਹੈ। ਤਾਂ 5 ਤੋਂ 7 ਮਹੀਨੇ 5 ਤੋਂ 7 ਮਹੀਨੇ ਜਿਹੜੇ ਹੈ ਉਹ ਬੇਰੋਜ਼ਗਾਰ ਰਹਿ ਜਾਂਦੇ ਲੋਕ। ਜਿਹੜੇ ਬੇਰੋਜ਼ਗਾਰ ਹੈ, ਇੱਕ ਖਾਸ ਮੌਸਮ 'ਚ ਤਾਂ ਕੰਮ ਮਿਲ ਜਾਂਦਾ ਉਹਨਾਂ ਨੂੰ ਜਦੋਂ ਫਸਲ ਆ ਰਹੀ ਹੈ, ਪਰ ਬਾਕੀ ਮੌਸਮ ਦੇ ਵਿੱਚ ਉਹਨਾਂ ਨੂੰ ਫਸਲ ਨਹੀਂ ਆਉਂਦੀ, ਉਦੋਂ ਰੁਜ਼ਗਾਰ ਨਹੀਂ ਮਿਲਦਾ। ਤਾਂ ਇਹ ਜਿਹੜੀ ਮੌਸਮੀ ਬੇਰੋਜ਼ਗਾਰੀ, ਸੀਜ਼ਨਲ ਅਨਇੰਪਲੋਇਮੈਂਟ ਪੈਦਾ ਹੋ ਜਾਂਦੀ ਹੈ। ਇਸ ਦੇ ਲਈ ਕੋਈ ਨੀਤੀ ਬਣਾਉਣ ਦੀ ਲੋੜ ਹੈ। ਤਾਂ ਸਰਕਾਰ ਨੂੰ ਚਾਹੀਦਾ ਹੈ, ਖੇਤੀ ਖੇਤਰ ਹੈ ਤਾਂ ਸਿੰਚਾਈ ਦੀ ਵਿਵਸਥਾ ਕੀਤੀ ਜਾਵੇ, ਬਹੁ ਫਸਲੀ ਖੇਤੀ ਕੀਤੀ ਜਾਵੇ, ਪੂਰੇ ਸਾਲ ਮਤਲਬ 2-3 ਫਸਲਾਂ ਲਈਆਂ ਜਾਣ ਤਾਂ ਕਿ ਇਹਨਾਂ ਲੋਕਾਂ ਨੂੰ ਰੁਜ਼ਗਾਰ ਮਿਲ ਸਕੇ। ਪਿੰਡਾਂ ਦੇ ਵਿੱਚ ਉਦਯੋਗ ਖੋਲ੍ਹੇ ਜਾਣ ਜਿਹੜੇ ਐਗਰੋ ਬੇਸਡ ਹੋਣ, ਉਹਨਾਂ 'ਚ ਖੇਤੀ ਦਾ ਕੱਚਾ ਮਾਲ ਵੀ ਯੂਜ਼ ਹੋ ਜਾਏ, ਪਲੱਸ ਉਹਨਾਂ ਨੂੰ ਜਦੋਂ ਇੱਕ ਮੌਸਮ 'ਚ ਕੰਮ ਨਹੀਂ ਮਿਲਦਾ ਉਦੋਂ ਉਹਨਾਂ ਨੂੰ ਕੰਮ ਵੀ ਮਿਲ ਜਾਏ। ਇਸ ਦੇ ਨਾਲ ਪਿੰਡਾਂ 'ਚ ਰੋਡ ਵਗੈਰਾ ਔਰ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਬਿਜਲੀ ਦਾ ਵਿਕਾਸ ਹੋਣਾ ਚਾਹੀਦਾ ਹੈ ਤਾਂ ਕਿ ਮੌਸਮੀ ਬੇਰੋਜ਼ਗਾਰੀ ਸੰਬੰਧੀ ਹੱਲ ਹੋ ਸਕੇ। ਉਸ ਤੋਂ ਬਾਅਦ 9th ਹੈ ਉਦਯੋਗਿਕ ਤਕਨੀਕ ਵਿੱਚ ਪਰਿਵਰਤਨ, ਚੇਂਜ ਇਨ ਇੰਡਸਟਰੀਅਲ ਟੈਕਨੀਕ। ਜੋ ਟੈਕਨੀਕ ਹੈ ਭਾਰਤ ਵਰਗੇ ਦੇਸ਼ ਵਿੱਚ ਉਹ ਲੇਬਰ ਇੰਟੈਂਸਿਵ ਟੈਕਨੀਕ ਹੋਣੀ ਚਾਹੀਦੀ ਹੈ, ਕਿਰਤ ਪ੍ਰਧਾਨ ਤਕਨੀਕ, ਲੇਬਰ ਇੰਟੈਂਸਿਵ ਟੈਕਨੀਕ ਦਾ ਪ੍ਰਯੋਗ ਕਰਨਾ ਚਾਹੀਦਾ ਹੈ, ਕਿਰਤ ਪ੍ਰਧਾਨ ਤਕਨੀਕ, ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਮਿਲੇ। ਕੈਪੀਟਲ ਇੰਟੈਂਸਿਵ ਟੈਕਨੀਕ ਯੂਜ਼ ਕਰਨੀ ਚਾਹੀਦੀ ਜਿੱਥੇ ਜ਼ਰੂਰੀ ਹੈ, ਪਰ ਜ਼ਿਆਦਾ ਫੋਕਸ ਕਰਨਾ ਚਾਹੀਦਾ ਲੇਬਰ ਇੰਟੈਂਸਿਵ ਟੈਕਨੀਕ ਤੇ, ਕਿਉਂਕਿ ਇੰਡੀਆ ਦੇ ਵਿੱਚ ਵਰਕਿੰਗ ਪੋਪੂਲੇਸ਼ਨ ਬਹੁਤ ਸਾਰੀ ਹੈ। ਔਰ ਲਾਸਟ ਹੈ ਸਟੂਡੈਂਟ ਸਹਿਕਾਰੀਤਾ, ਕੋਆਪਰੇਟਿਵ। ਸਹਿਕਾਰੀਤਾ ਦੇ ਵਿੱਚ ਕੀ ਹੈ ਕਿ ਕੋਈ ਇੱਕ ਵਿਅਕਤੀ ਇੰਡਸਟਰੀ ਨਹੀਂ ਲਾ ਸਕਦਾ। ਆਪਣੇ ਭਾਰਤ ਵਿੱਚ ਕੇਰਲ ਸਟੇਟ ਨੇ ਕੋਚੀਨ ਵਿੱਚ 600 ਮਜ਼ਦੂਰਾਂ ਨੂੰ ਇਕੱਠਾ ਕੀਤਾ। ਕੇਰਲਾ ਦੀ ਐਗਜ਼ਾਮਪਲ ਹੈ ਕੋਆਪਰੇਟਿਵ ਦੀ। ਕੇਰਲਾ ਦੇ ਵਿੱਚ ਕੋਚੀਨ ਦੇ ਵਿੱਚ ਇੱਕ ਕਪੜਾ ਮਿਲ ਲਾਈ ਇਹਨਾਂ ਨੇ। ਕਿਹੜੀ ਮਿਲ ਆਈ? ਕਪੜਾ ਮਿਲ, ਟੈਕਸਟਾਈਲ ਇੰਡਸਟਰੀ, ਕਪੜਾ ਮਿਲ। ਹੁਣ ਇਸ ਮਿਲ ਦੇ ਵਿੱਚ 600 ਬੰਦੇ ਇਕੱਠੇ ਕੀਤੇ ਮਜ਼ਦੂਰ, ਹਰ ਮਜ਼ਦੂਰ ਤੋਂ 500 ਰੁਪਏ ਇਨਵੈਸਟ ਕਰਾਏ। ਦੇਖੋ ਇੱਕ ਵਿਅਕਤੀ ਲਈ 500 ਰੁਪਏ ਤੇ ਉਹਨਾਂ ਕੋਲ ਕਿੰਨੇ ਪੈਸੇ ਇਕੱਠੇ ਹੋ ਗਏ? ਕਿੰਨੇ ਪੈਸੇ ਇਕੱਠੇ ਹੋ ਗਏ? 3 ਲੱਖ ਰੁਪਏ ਇਕੱਠੇ ਹੋ ਗਏ। ਬਾਕੀ ਜਿਹੜੇ ਪੈਸੇ ਸਰਕਾਰ ਨੇ ਪਾਤੇ। ਹੁਣ ਜਿਹੜੇ ਸਰਕਾਰ ਨੇ ਪੈਸੇ ਪਾ ਕੇ ਇਹਨਾਂ ਨੂੰ ਇੱਕ ਕਪੜਾ ਮਿਲ ਲਿਆ ਕੇ ਦੇ ਦਿੱਤੀ ਤਾਂ 600 ਲੋਕਾਂ ਨੂੰ ਰੁਜ਼ਗਾਰ ਮਿਲ ਗਿਆ। ਇਸ ਨੂੰ ਕਹਿੰਦੇ ਹੈ ਸਹਿਕਾਰੀਤਾ। ਇਸ ਨੂੰ ਕੀ ਕਹਿੰਦੇ ਹੈ? ਸਹਿਕਾਰੀਤਾ। ਤਾਂ ਕੁਝ ਵਿਅਕਤੀ ਮਿਲ ਕੇ, ਜਿਵੇਂ 100 ਵਿਅਕਤੀ ਮਿਲ ਗਏ, 5-5 ਹਜ਼ਾਰ ਰੁਪਏ ਦਾ ਇਨਵੈਸਟਮੈਂਟ ਕਰ ਲੈਣ ਔਰ ਕੋਈ ਆਪਣੀ ਇੰਡਸਟਰੀ ਜਾਂ ਕੋਈ ਛੋਟਾ ਉਦਯੋਗ, ਲਘੂ ਉਦਯੋਗ ਬਣਾ ਲੈਣ। ਆਪ ਨੂੰ ਤਾਂ ਰੁਜ਼ਗਾਰ ਮਿਲੂਗਾ ਹੀ ਮਿਲੂਗਾ, ਇਹਨਾਂ 100 ਨੂੰ ਤੇ ਬਾਕੀਆਂ ਨੂੰ ਮਿਲ ਜਾਏਗਾ। ਇਹਨੂੰ ਕਹਿੰਦੇ ਹੈ ਸਹਿਕਾਰੀਤਾ। ਤਾਂ ਇਹ ਸੀ ਸੁਝਾਅ ਬੇਰੋਜ਼ਗਾਰੀ ਦੀ ਸਮੱਸਿਆ ਜਿਹੜੀ ਹੈ ਭਾਰਤ ਵਿੱਚ। ਆਪਣੇ ਵੱਲੋਂ ਇਹ ਸੁਝਾਅ ਜਿਹੜੇ ਆਪਾਂ ਦਿੱਤੇ ਤਾਂ ਤੁਸੀਂ ਇਹਨਾਂ ਪੁਆਇੰਟਸ ਦਾ ਜੇ ਚਾਹੁੰਦੇ ਹੋ ਤਾਂ ਸਕਰੀਨਸ਼ਾਟ ਲੈ ਸਕਦੇ ਹੋ। ਇਹ ਆਪਣੇ ਕੋਲ 10 ਪੁਆਇੰਟ ਹੈ, 10 ਦੇ 10 ਪੁਆਇੰਟ ਦਾ ਸਕਰੀਨਸ਼ਾਟ ਲੈ ਲਓ। ਇਹਨਾਂ ਦੇ ਆਪਣੇ ਨੋਟਸ ਤਿਆਰ ਕਰ ਸਕਦੇ ਹੋ। तो पहला पॉइंट है पूर्ण ਅਤੇ ਵੱਧ ਉਤਪਾਦਕਤਾ ਰੋਜ਼ਗਾਰ, दूसरा है ਉਤਪਾਦਨ ਵਿੱਚ ਵਾਧਾ, तीसरा है योजनावां ਵਿੱਚ ਰੋਜ਼ਗਾਰ ਦੇ ਕਾਰਜਕ੍ਰਮਾਂ ਨੂੰ ਵੱਧ ਮਹੱਤਵ, ਚੌਥਾ ਹੈ ਪੂੰਜੀ ਨਿਰਮਾਣ ਦੀ ਉੱਚੀ ਦਰ, ਪੰਜਵਾਂ ਹੈ ਸਵੈ ਰੋਜ਼ਗਾਰ, ਲੋਕਾਂ ਨੂੰ ਵੱਧ ਸਹਾਇਤਾ, ਛੇਵਾਂ ਹੈ ਰੋਜ਼ਗਾਰ ਦਫ਼ਤਰਾਂ ਦਾ ਵਿਸਤਾਰ, ਚੌਥਾ ਹੈ ਸਿੱਖਿਆ ਪ੍ਰਣਾਲੀ ਵਿੱਚ ਪਰਿਵਰਤਨ, ਸੱਤਵਾਂ, ਅੱਠਵਾਂ ਜਿਹੜਾ ਹੈ ਮੌਸਮੀ ਰੋਜ਼ਗਾਰੀ ਸੰਬੰਧੀ ਨੀਤੀ, ਉਦਯੋਗਿਕ ਤਕਨੀਕ ਵਿੱਚ ਪਰਿਵਰਤਨ, ਸਹਿਕਾਰੀਤਾ। समझ आ गया होगा? नहीं तो दोबारा तो इस लैक्चर में दोबारा सुनो स्टार्टिंग तो पक्का समझ आ जाएगा। तो इस तरीके नाल आपां एक क्वेश्चन डिस्कस किया है भारत विच बेरोजगारी नूं दूर करन संबंधी सुझाव। तो स्टूडेंट्स लैक्चर जिहड़ा है किस तरह का लग्या तुसी अपने कमेंट सैक्शन दे सुझाव दे सकते हो। कोई चेंज करन दी लोड़ है तां भी लिख सकते हो। तो चैनल नूं सबसक्राइब कर लो, बैल आइकन प्रेस कर लो। तो मिलते हैं नैक्सट लैक्चर च। थैंक्स स्टूडेंट्स, थैंक्स अ लॉट।